ਪਨੌਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਅਨਮੋਲ ਬਾਵਾ। ਦੋਸਤੋ, ਅੱਜ ਦੀ ਸਾਡੀ ਮੁਲਾਕਾਤ ਬਹੁਤ ਖਾਸ ਹੋਣ ਵਾਲੀ ਹੈ। ਅੱਜ ਤੁਹਾਨੂੰ ਇੱਕ ਐਸੀ ਸ਼ਖਸੀਅਤ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਦੇ ਉੱਤੇ ਬਹੁਤ ਕੰਮ ਕੀਤਾ। ਪਰ ਦੋਸਤੋ, ਉਹਨਾਂ ਨੂੰ ਮਿਲਾਉਣ ਤੋਂ ਪਹਿਲਾਂ ਨਾ ਮੈਂ ਇੱਕ ਗੱਲ ਤੁਹਾਡੇ ਨਾਲ ਜ਼ਰੂਰ ਕਰਨਾ ਚਾਹੁੰਦਾ। ਅਸੀਂ ਸਾਰੇ ਆਪਣੇ ਪਰਿਵਾਰ ਦੇ ਨਾਲ ਕੋਈ ਮੂਵੀ ਦੇਖਣਾ, ਕੋਈ ਸਟੋਰੀਜ਼ ਦੇਖਣਾ, ਕੋਈ ਕਹਾਣੀਆਂ, ਕੋਈ ਨਵੀਂ ਥਾਂ 'ਤੇ ਜਾਣਾ ਬਹੁਤ ਪਸੰਦ ਕਰਦੇ ਹਾਂ। ਮੰਨ ਲਓ ਕੋਈ ਅਸੀਂ ਆਪਣੇ ਪਰਿਵਾਰ ਦੇ ਨਾਲ ਫਿਲਮ ਦੇਖਣ ਜਾ ਰਹੇ ਹਾਂ, ਜੋ ਹੀਰੋ ਦਾ ਕੰਮ ਹੁੰਦਾ ਉਸ ਕੰਮ ਨੂੰ ਦੇਖ ਕੇ ਅਸੀਂ ਬਹੁਤ ਖੁਸ਼ ਹੁੰਦੇ ਹਾਂ। ਲੇਕਿਨ ਅਸਲੀਅਤ ਦੇ ਵਿੱਚ ਜਿਹੜਾ ਹੀਰੋ ਹੁੰਦਾ ਆ ਉਹ ਹੁੰਦਾ ਆ ਫਿਲਮ ਦਾ ਡਾਇਰੈਕਟਰ, ਜਿਹਨੇ ਬੈਕ ਸਟੇਜ ਸਾਂਭੀ ਹੁੰਦੀ ਹੈ। ਔਰ ਅੱਜ ਸਾਡੇ ਪੰਜਾਬੀ ਸੱਭਿਆਚਾਰ ਦੀ ਬੈਕ ਸਟੇਜ ਨੂੰ ਸਾਂਭਣ ਵਾਲੀ ਸ਼ਖਸੀਅਤ ਦੇ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ। ਉਹਨਾਂ ਦਾ ਨਾਮ ਹੈ ਚੰਨੀ ਤਕੂਲੀਆ ਜੀ। ਕਹਿੰਦੇ ਨੇ ਜਿਹੜਾ ਪਿੱਛਾ ਭੁੱਲ ਜਾਵੇ ਉਹਦਾ ਅੱਗਾ ਵੀ ਨਹੀਂ ਰਹਿੰਦਾ। ਦੋਸਤੋ, ਪੰਜਾਬੀ ਸੱਭਿਆਚਾਰ, ਪੰਜਾਬੀ ਸੰਸਕਾਰ, ਪੰਜਾਬੀ ਪਹਿਰਾਵਾ, ਪੰਜਾਬੀ ਲੋਕ ਗੀਤ ਤੇ ਨਾਚ ਦੇ ਰੂਪ ਵਿੱਚ ਸਾਨੂੰ ਇੱਕ ਬਹੁਤ ਅਮੀਰ ਵਿਰਸਾ ਮਿਲਿਆ ਹੈ। ਪੰਜਾਬੀ ਸਿਰਫ ਪੀਰਾਂ ਫਕੀਰਾਂ ਦੀ ਹੀ ਨਹੀਂ, ਕ੍ਰਾਂਤੀਕਾਰੀਆਂ ਤੇ ਸ਼ਹੀਦਾਂ ਦੀ ਵੀ ਧਰਤੀ ਹੈ। ਦੁਨੀਆ ਭਰ ਦੇ ਵਿੱਚ ਚਾਹੇ ਪੰਜਾਬੀ ਸੰਗੀਤ ਹੋਵੇ, ਚਾਹੇ ਸੰਗੀਤਕਾਰ ਹੋਣ, ਚਾਹੇ ਲੇਖਕ ਹੋਣ ਜਾਂ ਪੰਜਾਬੀ ਖਾਣ ਪੀਣ, ਹਰ ਥਾਂ 'ਤੇ ਪੰਜਾਬੀਆਂ ਨੂੰ ਬਹੁਤ ਵੱਡਾ ਮਾਣ ਮਿਲਿਆ ਹੈ। ਪਰ ਦੋਸਤੋ, ਪੱਛਮੀ ਸੱਭਿਆਚਾਰ ਦਾ ਵੀ ਅੱਜ ਦੇ ਨੌਜਵਾਨਾਂ ਉੱਤੇ ਬਹੁਤ ਪ੍ਰਭਾਵ ਪੈ ਰਿਹਾ ਹੈ, ਜਿਨ੍ਹਾਂ ਕਰਕੇ ਅਸੀਂ ਆਪਣੇ ਪੁਰਖਾਂ ਤੋਂ ਪੰਜਾਬੀ ਜਾਂ ਪੰਜਾਬੀਅਤ ਤੋਂ ਦੂਰ ਹੁੰਦੇ ਜਾ ਰਹੇ ਹਾਂ। ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਪੰਜਾਬ ਦੇ ਇੱਕ ਬਹੁਤ ਹੀ ਮਾਣਯੋਗ ਕਮਰਸ਼ੀਅਲ ਆਰਟਿਸਟ ਦੇ ਤੌਰ 'ਤੇ ਪਿਛਲੇ 60 ਸਾਲਾਂ ਤੋਂ ਲਗਾਤਾਰ ਪੰਜਾਬੀ ਸੱਭਿਆਚਾਰ ਨੂੰ ਆਪਣੇ ਅਨੋਖੇ ਡਿਜ਼ਾਈਨ ਰਾਹੀਂ ਪੂਰੀ ਦੁਨੀਆ ਵਿੱਚ ਪਹੁੰਚਾਉਣ ਦਾ ਯਤਨ ਕੀਤਾ ਤੇ ਸਫਲ ਵੀ ਹੋਏ ਨੇ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਚੰਨੀ ਤਕੂਲੀਆ ਜੀ ਦੀ। ਚੰਨੀ ਤਕੂਲੀਆ ਜੀ, ਚਾਹੇ ਅਸੀਂ ਭੰਗੜੇ ਦੀ ਗੱਲ ਕਰ ਲਈਏ, ਚਾਹੇ ਸੱਭਿਆਚਾਰ ਦੀ ਗੱਲ ਕਰ ਲਈਏ ਜਾਂ ਪੇਸ਼ਕਾਰੀ ਦੀ ਗੱਲ ਕਰੀਏ, ਹਰ ਪਾਸੇ ਇਹਨਾਂ ਆਪਣੀ ਕਲਾ ਨੂੰ ਬਹੁਤ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਆਪਣੇ ਢਲਦੇ ਹੋਏ ਪਿਛੋਕੜ ਨੂੰ ਮੁੜ ਤੋਂ ਉਜਾਗਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਚੰਨੀ ਤਕੂਲੀਆ ਜੀ ਦੇ ਨਾਲ ਗੱਲਬਾਤ ਕਰਕੇ। ਵੈਸੇ ਤਾਂ ਅਸੀਂ ਇਹਨਾਂ ਨੂੰ ਆਰਟਿਸਟ ਦੇ ਤੌਰ ਦੇ ਉੱਤੇ ਜਾਣਦੇ ਹਾਂ, ਲੇਕਿਨ ਖਾਸ ਤੌਰ ਦੇ ਉੱਤੇ ਅਸੀਂ ਇਹਨਾਂ ਨੂੰ ਕਮਰਸ਼ੀਅਲ ਆਰਟਿਸਟ ਦੇ ਤੌਰ ਦੇ ਉੱਤੇ ਜਾਣਦੇ ਹਾਂ। ਹੁਸ਼ਿਆਰਪੁਰ ਤੋਂ ਇਹ ਬਿਲੋਂਗ ਕਰਦੇ ਨੇ। 1945 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀਗਾ। ਲੇਕਿਨ ਇੱਕ ਖਾਸ ਪਛਾਣ ਮੈਂ ਜ਼ਰੂਰ ਦੱਸਾਂਗਾ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਨਾ ਮੈਂ ਇੱਕ ਪਛਾਣ ਦੇਣਾ ਚਾਹੁੰਦਾ। ਅਸੀਂ ਜਲੰਧਰ ਹਵੇਲੀ ਵੀ ਬਹੁਤ ਮਸ਼ਹੂਰ ਹੈ, ਅੰਮ੍ਰਿਤਸਰ ਹਵੇਲੀ ਵੀ ਬਹੁਤ ਮਸ਼ਹੂਰ ਹੈ। ਹਵੇਲੀ, ਰੰਗਲਾ ਪੰਜਾਬ ਇੱਕ ਅਜਿਹੇ ਰੈਸਟੋਰੈਂਟ ਨੇ ਜੋ ਪੰਜਾਬੀ ਸ਼ਖਸੀਅਤ ਲੋਕ ਜਾਂ ਪੰਜਾਬ ਤੋਂ ਬਾਹਰ ਵੀ ਲੋਕ ਇਹਨੂੰ ਜਾਣਦੇ ਆ। ਉਸ ਚੀਜ਼ ਨੂੰ ਅਸੀਂ ਦੇਖ ਕੇ ਖੁਸ਼ ਤਾਂ ਬਹੁਤ ਹੁੰਦੇ ਆ, ਲੇਕਿਨ ਉਹਦੀ ਡਿਜ਼ਾਈਨਿੰਗ ਦੇ ਵਿੱਚ ਇਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ। ਤਾਂ ਮੈਂ ਇਸੇ ਡਿਜ਼ਾਈਨ ਦੀ ਦੁਨੀਆ ਦੇ ਵਿੱਚ ਅੱਜ ਤੁਹਾਡਾ ਸਵਾਗਤ ਕਰਨ ਜਾ ਰਿਹਾ ਚੰਨੀ ਤਕੂਲੀਆ ਜੀ ਦੇ ਨਾਲ। ਸ਼ੁਕਰੀਆ ਜੀ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਹਾਂ ਕਿ ਕਮਰਸ਼ੀਅਲ ਆਰਟਿਸਟ, ਸਾਡੇ ਬਹੁਤ ਸਾਰੇ ਦਰਸ਼ਕ ਦੇਖ ਰਹੇ ਨੇ, ਕਮਰਸ਼ੀਅਲ ਆਰਟਿਸਟ ਦੀ ਪਰਿਭਾਸ਼ਾ ਤੁਹਾਡੇ ਹਿਸਾਬ ਨਾਲ ਕੀ ਹੋਣੀ ਚਾਹੀਦੀ ਹੈ? ਕਮਰਸ਼ੀਅਲ ਆਰਟਿਸਟ ਸਪੋਕਨ ਲੈਂਗੁਏਜ ਵਿੱਚ ਕਿਹਾ ਜਾਂਦਾ ਹੈ, ਅਦਰਵਾਈਜ਼ ਅਪਲਾਈਡ ਆਰਟਿਸਟ ਹੁੰਦੇ ਆ ਜੀ। ਆਰਟਿਸਟ ਨੂੰ ਲੋਕ ਸਮਝਦੇ ਨੇ ਸਿਰਫ ਕੈਨਵਸ ਪੇਂਟ ਕਰਨ ਵਾਲੇ ਜਾਂ ਇਲਸਟ੍ਰੇਸ਼ਨ ਕਰਨ ਵਾਲੇ, ਮੂੰਹ ਸਿਰ ਨੱਕ ਬਣਾਉਣ ਵਾਲੇ ਜੀ। ਅਤੇ ਮਗਰ ਉਸ ਤੋਂ ਅੱਗੇ ਵੀ ਉਹਦੇ ਸੈਗਮੈਂਟਸ ਹੈਗੇ ਨੇ। ਫੋਟੋਗ੍ਰਾਫੀ ਇੱਕ ਸੈਗਮੈਂਟ ਹੈ, ਸਕਲਪਚਰ ਸੈਗਮੈਂਟ ਹੈ, ਉਸਦਾ ਗ੍ਰਾਫਿਕਸ ਦਾ ਸੈਗਮੈਂਟ ਹੈਗਾ, ਅਤੇ ਕਮਰਸ਼ੀਅਲ ਆਰਟਸ ਹੈ। ਕਮਰਸ਼ੀਅਲ ਆਰਟ ਹੈਗਾ ਜਿਹੜਾ ਸਹੀ ਲਫ਼ਜ਼ਾਂ ਦੇ ਵਿੱਚ ਕਮਰਸ਼ੀਅਲ ਆਰਟ ਇਸ ਕਰਕੇ ਵੀ ਕਿਹਾ ਜਾਂਦਾ ਕਿ ਅਸੀਂ ਇਹਨੂੰ ਕਮਰਸ਼ੀਅਲ ਪ੍ਰੋਸਪੈਕਟ ਨਾਲ ਉਹਦੇ ਡਿਜ਼ਾਈਨਿੰਗ ਕਰਦੇ ਹਾਂ ਤੁਹਾਡੇ ਰਿਕੁਆਇਰਮੈਂਟ ਦੇ ਮੁਤਾਬਿਕ। ਜਿਹੜੀਆਂ ਜਿਵੇਂ ਮੈਂ ਮੈਨੂਫੈਕਚਰਰ ਹਾਂ, ਮੈਂ ਆਪਣੇ ਪ੍ਰੋਡਕਟ ਇੰਟਰੋਡਿਊਸ ਕਰਨੇ ਹੈ, ਤਾਂ ਉਹ ਕਮਰਸ਼ੀਅਲ ਵੇ ਹੈਗਾ। ਸੋ ਜਿਹੜਾ ਬੰਦਾ ਉਹਨਾਂ ਦਾ ਬਸ ਡਿਜ਼ਾਈਨ ਕਰਦਾ ਹੈ ਉਹ ਕਮਰਸ਼ੀਅਲ ਆਰਟਿਸਟ ਹੈ। ਕਮਰਸ਼ੀਅਲ ਆਰਟਿਸਟ ਦਾ ਹੁੰਦਾ ਕਿ ਤੁਹਾਡਾ ਕਨਸੈਪਟ ਉਹਨੇ ਸਟੱਡੀ ਕਰਨਾ ਹੈ, ਤੁਹਾਡੇ ਕਨਸੈਪਟ ਨੂੰ ਉਹਨੇ ਰੂਪ ਦੇਣਾ ਹੈ ਜੀ। ਕਿਉਂਕਿ ਜੇ ਤੁਸੀਂ ਮੈਨੂਫੈਕਚਰਰ ਹੋ, ਤੁਹਾਨੂੰ ਪਤਾ ਕਿ ਤੁਹਾਡੇ ਪ੍ਰੋਡਕਟ ਨੂੰ ਤੁਸੀਂ ਚਾਹੋਗੇ ਮੇਰਾ ਪ੍ਰੋਡਕਟ ਇਸ ਤਰ੍ਹਾਂ ਦਿਖੇ। ਬਿਲਕੁਲ, ਪ੍ਰੈਜੈਂਟੇਸ਼ਨ ਜਿਹਨੂੰ ਆਪਾਂ ਕਹਿ ਲੈਂਦੇ ਹਾਂ। ਐਗਜ਼ੈਕਟਲੀ। ਕੈਟਲੌਗ ਬਣਾਉਣੇ, ਪੋਸਟਰਸ ਬਣਾਉਣੇ, ਆਰਟ ਦਾ ਮੈਗਜ਼ੀਨ ਲੇਆਊਟਸ ਬਣਾਉਣੇ, ਪ੍ਰੈਸ ਲੇਆਊਟਸ ਬਣਾਉਣੇ। ਸੋ ਇਹ ਸਭ ਚੀਜ਼ਾਂ ਉਹਦੇ ਕਮਰਸ਼ੀਅਲ ਆਰਟ 'ਚ ਹੁੰਦੀਆਂ ਨੇ। ਅਤੇ ਜੇ ਸਾਡਾ ਡਿਪਲੋਮਾ ਹੁੰਦਾ ਸੀ ਉਹਨਾਂ ਦਿਨਾਂ 'ਚ 5 years ਦਾ,
ਤੇ 5 ਸਾਲ ਦੇ 'ਚ ਡਿਜ਼ਾਈਨ ਸਾਡੇ ਦਿਮਾਗ 'ਚ ਕੁੱਟ ਕੇ ਭਰ ਦਿੱਤਾ ਜਾਂਦਾ ਸੀ। ਸੋ ਅੱਖਾਂ ਬੰਦ ਕਰਦੇ ਹੀ ਸਾਨੂੰ ਸੁਝਦਾ ਕਿ ਅਸੀਂ ਕੁਝ ਡਿਜ਼ਾਈਨ ਬਣਾਉਣੇ। ਸੋ ਇਹ ਵਕਤ ਦੇ ਨਾਲ ਇਹ ਓਵਰਨਾਈਟ ਵਾਲੀ ਗੱਲ ਨਹੀਂ ਹੈ, 2-4 ਸਾਲ 5 ਦਿਨ ਡਿਵੈਲਪ ਹੁੰਦਾ, ਇਹਨੂੰ ਸਮਾਂ ਲੱਗਦਾ। ਬਿਕੋਜ਼ ਆਰਟ ਕਾਲਜ ਐਡਮਿਸ਼ਨ ਲਈ ਸੀ 1965 ਦੇ ਵਿੱਚ, 70 'ਚ ਪਾਸ ਆਊਟ ਕੀਤਾ ਸੀ, ਅਤੇ ਅੱਜ ਦੇਖ ਲਓ 52 ਸਾਲ ਹੋ ਗਏ ਨੇ, 52 ਸਾਲ, ਅਤੇ 4-5 ਸਾਲ ਪਹਿਲੇ ਸਕੂਲ ਟਾਈਮ ਵੀ ਸੀਗਾ। ਸੋ ਤਕਰੀਬਨ 58-60 ਸਾਲ ਦੀ ਮੇਰੀ ਲਾਈਫ ਹੈਗੀ ਹੈ ਇਸ ਦੇ ਵਿੱਚ। ਅਮੂਮਨ ਤੌਰ ਤੇ ਕੀ ਹੁੰਦਾ ਹੈ ਕਿ ਜਿਹੜੇ ਪੇਰੈਂਟਸ ਹੈ ਉਹ ਆਪਣੇ ਬੱਚਿਆਂ ਨੂੰ ਜਾਂ ਤਾਂ ਡਾਕਟਰ ਬਣਾਉਣਾ ਚਾਹੁੰਦੇ ਆ, ਜਾਂ ਇੰਜੀਨੀਅਰ ਬਣਾਉਣਾ ਚਾਹੁੰਦੇ ਆ, ਜਾਂ ਵਕੀਲ ਬਣਾਉਣਾ ਚਾਹੁੰਦੇ ਆ। ਸਾਡੇ ਕੋਲ ਇਹੀ ਅੱਜ ਕੱਲ੍ਹ ਜਿਹੜੀਆਂ ਫੀਲਡਸ ਹੈ ਉਹ ਰਹਿ ਗਈਆਂ ਨੇ। ਤੁਸੀਂ ਗੱਲ ਕਰ ਰਹੇ ਹੋ 1965 ਦੀ, ਕਿੰਨੇ ਸਾਲ ਪੁਰਾਣੀ ਗੱਲ, ਔਰ ਉਹਦੇ ਵਿੱਚ ਵੀ ਅਸੀਂ ਗੱਲ ਕਰ ਰਹੇ ਹਾਂ ਡਿਜ਼ਾਈਨਿੰਗ ਫੀਲਡ ਦੀ। ਤਾਂ ਉਦੋਂ ਇਹ ਸੋਚ, ਡਿਜ਼ਾਈਨਿੰਗ ਦੀ ਸੋਚ ਕਿੱਦਾਂ ਆਈ? ਵੀ ਬਚਪਨ ਤੋਂ ਹੀ ਤੁਹਾਨੂੰ ਡਿਜ਼ਾਈਨਿੰਗ ਦਾ ਸ਼ੌਂਕ ਸੀ, ਜਾਂ ਤੁਸੀਂ ਇਸ ਫੀਲਡ ਦੇ ਵਿੱਚ ਆਏ ਕਿੱਦਾਂ? ਸਾਡੇ ਡਰਾਇੰਗ ਇੱਕ ਸਬਜੈਕਟ ਹੁੰਦਾ ਸੀ ਜਿਹੜਾ ਬਦਕਿਸਮਤੀ ਨਾਲ ਅੱਜ ਕੱਲ੍ਹ ਨਹੀਂ ਪੜ੍ਹਾਇਆ ਜਾਂਦੇ, ਸੁਣਿਆ ਜੀ। ਅਤੇ ਉਹ ਸਾਡੇ ਆਰਟ ਕਲੱਬ ਹੁੰਦਾ ਸੀਗਾ। ਸਾਡੇ ਡਰਾਇੰਗ ਟੀਚਰ ਜਿਹੜੇ ਸੀਗੇ ਉਹਨਾਂ ਨੇ ਇੱਕ ਬੜਾ ਸੀ, ਉਹ ਐਗਜ਼ੀਬਿਸ਼ਨਸ ਕਰਦੇ ਹੁੰਦੇ ਸੀ ਸਾਡੇ ਵਾਸਤੇ ਜੀ। ਅਤੇ ਉੱਥੋਂ ਸ਼ੁਰੂਆਤ ਹੋਈ ਸੀਗੀ। ਬੜੀ ਇੰਟਰਸਟਿੰਗ ਗੱਲ ਹੈਗੀ ਹੈ ਜਿਹੜਾ ਕੁਐਸਚਨ ਸੀਗਾ। ਜਦੋਂ ਮੈਂ 64 ਦੇ ਵਿੱਚ ਪਾਸ ਆਊਟ ਕੀਤਾ ਹਾਇਰ ਸੈਕੰਡਰੀ ਦਿੱਲੀ ਤੋਂ, ਮੇਰੀ ਸਕੂਲਿੰਗ ਦਿੱਲੀ ਹੋਈ ਹੈ ਜੀ। ਪੈਦਾ ਮੈਂ ਹੁਸ਼ਿਆਰਪੁਰ ਹੋਇਆ, ਸਕੂਲਿੰਗ ਦਿੱਲੀ ਹੋਈ। 3 ਸਾਲ ਦੇ ਜਦੋਂ ਸ਼ਿਫਟ ਕਰ ਗਏ ਸੀ, ਅਤੇ ਘਰ ਪੁੱਛਿਆ ਗਿਆ ਵੀ ਹਾਂ ਵੀ ਕੀ ਕਰ ਰਿਹਾ ਹੈ, ਅਤੇ ਸਿਰਫ ਮੈਂ ਹਾਕੀ ਖੇਡਦਾ ਹੁੰਦਾ ਸੀ। ਤਾਂ ਉੱਥੇ ਖਾਲਸਾ ਕਾਲਜ ਸਾਡੇ ਦਿੱਲੀ ਦੇਵਨਗਰ ਹੈਗਾ ਸੀ, ਵੀ ਇੱਥੇ ਜਾਵਾਂ, ਉੱਥੇ ਐਡਮਿਸ਼ਨ ਲਵਾਂਗੇ ਅਤੇ ਕਾਲਜ ਦੀ ਟੀਮ 'ਚ ਆ ਜਾਵਾਂਗੇ, ਫਿਰ ਅੱਗੇ ਫਰਦਰ ਦੇਖਾਂਗੇ। ਅਤੇ ਮਗਰ ਫਿਰ ਕੀ ਕਰਾਂ, ਫਿਰ ਐਮ ਏ ਕਰਾਂਗੇ, ਕਿਹੜੇ ਸਬਜੈਕਟ ਕਰੇਗਾ ਮੈਨੂੰ ਪਤਾ ਨਹੀਂ ਸੀ ਵੀ ਐਮ ਏ ਇੱਕ ਸਿੰਗਲ ਸਬਜੈਕਟ ਦੀ ਹੁੰਦੀ ਹੈ। ਮੇਰੇ ਬ੍ਰਦਰ ਉਹਨਾਂ ਦੇ ਰਹਿੰਦੇ ਦਿੱਲੀ ਯੂਨੀਵਰਸਿਟੀ ਦੇ ਵਿੱਚ ਟੀਚਿੰਗ ਪ੍ਰੋਫੈਸ਼ਨ ਸੀਗੇ, ਬਾਅਦ ਵਿੱਚ ਪ੍ਰੋਫੈਸਰ ਬਣੇ ਹਾਪਕਿੰਸ ਯੂਨੀਵਰਸਿਟੀ ਬਾਲਟੀਮੋਰ ਜੀ, USA, ਪ੍ਰੋਫੈਸਰ ਚੇਸਤਾ ਕੁਲੀਆ। ਅਤੇ ਉਹ ਉਹਦੇ ਘਰ ਦੇ ਹੋਰ ਸਾਡੇ ਸੀਨੀਅਰਸ। ਤਾਂ ਫਿਰ ਡਿਸਾਈਡ ਹੋਇਆ ਵੀ ਯਾਰ BA CA ਕਰਾ ਕੇ ਤਾਂ ਇੱਕ ਰੂਟੀਨ ਲਾਈਫ ਹੈ, ਅਤੇ ਫਿਰ ਕੋਈ ਸਪੈਸ਼ਲਾਈਜ਼ ਕੋਰਸ ਕੀਤਾ। ਮੈਨੂੰ ਪੁੱਛਿਆ ਵੀ ਤੇਰਾ ਕੀ ਵਿਚਾਰ ਹੈਗਾ ਕਰਨ ਦਾ? ਜੀ। ਹਾਂਜੀ, ਫਿਰ ਸ਼ਾਇਦ ਇੰਟੀਰੀਅਰ ਡੈਕੋਰੇਸ਼ਨ ਕਰਾਂ ਤਾਂ ਠੀਕ ਹੈ। ਫਿਰ ਆਈ ਵਾਜ਼ ਸੈਂਟ ਟੂ ਇੰਜੀਨੀਅਰਿੰਗ ਕਾਲਜ ਦਿੱਲੀ, ਜਾ ਕੇ ਪਤਾ ਕਰਕੇ ਉਹ ਐਡਮਿਸ਼ਨ ਹੋ ਚੁੱਕੀ ਸੀ, ਕੰਪਲੀਟ ਹੋ ਚੁੱਕੀ ਸੀ। ਸੋ ਸਾਲ ਖਰਾਬ ਹੋ ਰਿਹਾ ਸੀ। ਸੋ ਫਿਰ ਸੋਚਿਆ ਗਿਆ ਵੀ ਹੋਰ ਕੀ ਕੀਤਾ ਜਾਏ। ਫਿਰ ਇਹ ਡਿਸਾਈਡ ਹੋਇਆ ਕਿ ਇਹਨੂੰ ਸਾਈਕੋਲੋਜਿਸਟ ਕੋਲ ਭੇਜਿਆ ਜਾਏ, ਇੰਨੀ ਹੌਚ-ਪੌਚ ਗੱਲ ਨਾ ਕੀਤੀ ਜਾਏ, ਕਿਉਂਕਿ ਸਪੋਰਟਸਮੈਨ ਵੀ ਸੀ ਅਤੇ ਮੈਂ ਫਾਈਨ ਆਰਟਸ ਵੀ ਕਰਦਾ ਹੁੰਦਾ ਸੀ। ਅਤੇ ਫਿਰ ਸਾਈਕੋਲੋਜਿਸਟ ਕੋਲ ਜਾ ਕੇ ਫਿਰ ਉਹਨਾਂ ਨੇ ਜਦੋਂ ਸਟੱਡੀ ਕੀਤਾ ਮੈਨੂੰ, ਅਤੇ ਉਹਨਾਂ ਨੇ ਕਿਹਾ ਵੀ ਜਾਂ ਤਾਂ ਗੇਮਸ ਅਤੇ ਜਾਂ ਫਾਈਨ ਆਰਟਸ। ਤਾਂ ਇਸ ਤਰੀਕੇ ਨਾਲ ਮੇਰੀ ਫਾਈਨ ਆਰਟਸ ਜਿਹੜੀ ਮੇਰੀ ਜਿਹੜਾ ਪ੍ਰੋਫੈਸ਼ਨ ਉਸ ਵੇਲੇ ਚੁਣਿਆ ਗਿਆ ਸੀਗਾ, ਉਹ ਦੇਣ ਹੈਗੀ ਹੈ ਮੇਰੇ ਸਾਈਕੋਲੋਜਿਸਟ ਦੀ, ਜਿਸ ਨੇ ਮੇਰੇ ਬਾਰੇ ਦੱਸਿਆ। ਮੈਂ ਇਹ ਚੀਜ਼ ਮਹਿਸੂਸ ਕਰਦਾ, ਇਹ ਗੱਲ ਹੈਗੀ 64 ਦੀ। ਜੀ। ਘਰ ਹਿੰਦੁਸਤਾਨ ਟਾਈਮਸ ਅਖਬਾਰਾਂ ਦੀ ਹੁੰਦੀ ਸੀਗੀ ਅੰਗਰੇਜ਼ੀ ਦੀ। ਜੀ। ਇਹ ਮੈਂ 56-7 ਦੀ ਗੱਲ ਕਰ ਰਿਹਾ। ਅਤੇ ਇੱਕ ਵਾਰੀ ਦੇਖਿਆ ਕਿ ਫੁੱਲ ਪੇਜ ਬਲੈਂਕ ਹੈ, ਬਿਲਕੁਲ ਕੁਛ ਨਹੀਂ ਹੈ ਉਹਦੇ 'ਤੇ, ਬਲੈਂਕ ਹੈ। ਤਾਂ ਇੱਕ ਆਊਟਲਾਈਨ ਹੈਗੀ ਹੈ ਉਹਦੀ, ਬਾਰਡਰ ਲਾਈਨ, ਤਾਂ ਥੱਲੇ ਲਿਖਿਆ ਵਾਚ ਦਿਸ ਸਪੇਸ ਟੁਮਾਰੋ। ਅੱਛਾ। ਮੈਂ ਬ੍ਰਦਰ ਨੂੰ ਪੁੱਛਿਆ ਵੀ ਭਾਈ ਇਹਦਾ ਕੀ ਮਤਲਬ ਹੈ? ਕਹਿੰਦੇ ਲਿਖਿਆ ਕੀ ਹੈ ਦੱਸ ਕੇ। ਮੈਂ ਕਿਹਾ ਜੀ ਇਹਦਾ ਮਤਲਬ ਤਾਂ ਹੈ ਵੀ ਕੱਲ੍ਹ ਨੂੰ ਦੇਖੋ। ਕਹਿੰਦਾ ਦੇਖੋ। ਉਹ ਫਿਰ 7-8 ਦਿਨ ਦੀ ਐਡ ਸੀਗੀ। ਜ਼ੂਮ ਇਨ ਹੋਇਆ ਅਤੇ ਇੱਕ ਲਾਈਨ, ਹੌਰੀਜ਼ੌਂਟਲ ਲਾਈਨ ਲੱਗ ਗਈ, ਦੂਰ ਫਿਰ 3-4 ਫਿਗਰ ਦਿਖੀਆਂ। ਬਾਅਦ ਬੱਚੇ ਆ ਗਏ, ਪੇਰੈਂਟਸ ਅਤੇ 2 ਬੱਚੇ। ਸ਼ੋਰ ਆ ਗਿਆ, ਝੁੱਗੀ ਆ ਗਈ, ਖਜੂਰਾ ਦਰਖਤ ਆ ਗਿਆ। ਤਾਂ ਬੱਚੇ ਜ਼ਮੀਨ 'ਤੇ ਖੇਡਣ ਲੱਗ ਪਏ। ਜੀ। 2-3 ਦਿਨ ਉੱਦਾਂ ਚੱਲਦਾ ਰਿਹਾ। ਫਿਰ ਉਹਨਾਂ ਨੇ ਫਿਰ ਲਿਖਿਆ ਜੀ ਈ ਪਾਇਆ, LPAIR, ਐਲਪਾਇਰ ਸ਼ੂਟਿੰਗਸ, ਫਿਰ ਕਰਾਊਨ ਉਹਦੇ ਉੱਤੇ। ਸੋ ਉਹਦਾ ਜਿਹੜੀ ਐਲਪਾਇਰ ਸ਼ੂਟਿੰਗ ਦੀ ਐਡ ਜਿਹੜੀ ਸੀ ਉਹ 56-7 ਦੇ ਵਿੱਚ ਮੈਂ ਪੜ੍ਹੀ ਸੀ, ਦੇਖੀ ਸੀ, ਡਿਸਕਸ ਕੀਤੀ ਸੀ ਘਰ। ਤਾਂ ਸ਼ਾਇਦ ਮੇਰੇ 'ਚੋਂ ਜਿਹੜਾ ਕਮਰਸ਼ੀਅਲ ਆਰਟਿਸਟ ਹੋਣ ਦਾ ਇੱਕ ਟਿੰਜ ਜਿਹੜਾ ਸੀਗਾ ਉਦੋਂ ਤੋਂ ਸ਼ੁਰੂ ਹੋਇਆ ਸੀ। ਮੈਂ ਇੱਥੇ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਆਪਣੇ ਦਰਸ਼ਕਾਂ ਨੂੰ। ਤੁਹਾਡੇ ਤਜਰਬੇ ਤੋਂ ਇਹ ਸਿੱਖਣ ਨੂੰ ਮਿਲਦਾ ਕਿ ਤੁਹਾਡੀ ਇਹ ਜਿਹੜੀ ਫੀਲਡ ਹੈ ਇੱਦਾਂ ਹੀ ਨਹੀਂ ਸੀ ਚੁਣੀ ਗਈ। ਇਹ ਬੜੀ ਸੁਚੱਜੇ ਤਰੀਕੇ ਦੇ ਨਾਲ ਤੁਹਾਡੀ ਕਾਉਂਸਲਿੰਗ ਹੋਈ ਸੀ, ਜੋ ਅੱਜ ਦੇ ਟਾਈਮ ਦੇ ਵਿੱਚ ਬਹੁਤ ਇੱਕ ਵੱਡਾ ਮਿਸਿੰਗ ਫੈਕਟਰ ਹੈ। ਕਾਉਂਸਲਿੰਗ ਤੋਂ ਬਾਅਦ ਤੁਹਾਨੂੰ ਫੀਲਡ ਦਿੱਤੀ ਗਈ, ਔਰ ਜਿਸ ਫੀਲਡ ਦੇ ਵਿੱਚ ਤੁਸੀਂ ਆਏ, ਫਿਰ ਤੁਸੀਂ ਉਹਦੇ ਵਿੱਚ ਅਜਿਹੀਆਂ ਮੱਲਾਂ ਮਾਰੀਆਂ ਕਿ ਅਸੀਂ ਅੱਜ ਤੁਹਾਡੀ ਗੈਲਰੀ ਦੇ ਵਿੱਚ ਖੜੇ ਹਾਂ। ਇਹ ਤਾਂ ਸਰਸਵਤੀ ਮਾਂ ਦੀ ਕਿਰਪਾ ਹੈ ਜਿਹਨੇ ਫਿਰ ਬੁੱਧੀ ਦਿੱਤੀ ਵੀ ਇਹ ਕੰਮ ਕੀਤੇ ਜਾਣ ਸਾਰੇ। ਸੋ ਇਹ ਗ੍ਰੈਜੂਅਲੀ ਹੋਇਆ, ਵਕਤ ਦੇ ਨਾਲ ਨਾਲ ਹੁੰਦਾ ਗਿਆ।
ਕੁਝ ਚੀਜ਼ਾਂ ਮੈਂ ਤੁਹਾਡੀਆਂ ਜ਼ਰੂਰ ਆਪਣੇ ਦਰਸ਼ਕਾਂ ਨੂੰ ਦਿਖਾਉਣਾ ਚਾਹੂੰਗਾ। ਆਪਾਂ ਠੀਕ ਖੜੇ ਹਾਂ, ਤੁਹਾਡੇ ਪਿੱਛੇ ਮੈਨੂੰ ਕੁਝ ਸਿੱਕੇ ਨਜ਼ਰ ਆ ਰਹੇ ਨੇ। ਮੈਂ ਇੱਥੋਂ ਹੀ ਗੱਲ ਸ਼ੁਰੂ ਕਰਾਂਗਾ। ਰੈਪਲੀਕਾਸ ਇਹਦੇ ਬਾਰੇ ਜ਼ਰੂਰ ਥੋੜਾ ਜਿਹਾ। ਇਹ ਹੈਰੀਟੇਜ ਕੋਇਨਸ ਹਨ, ਸਿੱਕੇ। ਹੈਰੀਟੇਜ ਮੀਨਸ ਪਿਛੋਕੜ ਦਾ ਹੈ ਤੁਹਾਡੇ, ਜਿੰਨਾ ਤੁਸੀਂ ਸੱਭਿਆਚਾਰਕ ਗੱਲ ਕਰ ਸਕਦੇ ਹੋ, ਤਾਂ ਉਹਨੂੰ ਹੈਰੀਟੇਜ ਇੱਕ ਖੂਬਸੂਰਤ ਲਫ਼ਜ਼ ਇਸਤੇਮਾਲ ਕੀਤਾ ਜਾਂਦਾ। ਸਾਡੀ ਜਿਹੜੀਆਂ ਪੁਰਾਣੀਆਂ ਬਿਲਡਿੰਗਸ ਹੈਗੀਆਂ ਨੇ, ਉਹ ਸਾਡੇ ਹੈਰੀਟੇਜ ਬਿਲਡਿੰਗ ਹਨ। ਸਾਡੇ ਆਰਕੀਟੈਕਚਰ ਉਹ ਚੀਜ਼ਾਂ ਡਿਵੈਲਪ ਕਰਦੀਆਂ ਨਾਲ ਨਾਲ, ਐਂਡ ਪ੍ਰਮੋਟ ਹੁੰਦਾ ਹੈ, ਲੋਕਾਂ ਨੂੰ ਪਤਾ ਲੱਗਦਾ ਹੈ। ਸੋ ਕਲਚਰ ਇਜ਼ ਵਨ ਥਿੰਗ ਐਂਡ ਹੈਰੀਟੇਜ ਇਜ਼ ਡਿਫਰੈਂਟ ਥਿੰਗ। ਉਹ ਕੰਸਟਰਕਟਿਵ ਚੀਜ਼ਾਂ ਹੁੰਦੀਆਂ ਨੇ। ਐਨੀਵੇ, ਸਿੱਕਾ ਆਮ ਤੌਰ 'ਤੇ 1 ਸੈਂਟੀਮੀਟਰ ਜਾਂ 1.5 ਸੈਂਟੀਮੀਟਰ ਦਾ ਹੁੰਦਾ ਹੈ ਜੀ, ਐਂਡ ਉਹਨੂੰ ਕਿਤੇ ਵੀ ਰੱਖਿਆ ਜਾ ਸਕਦਾ ਹੈਗਾ। ਬਿਲਕੁਲ। ਜਦੋਂ ਮੈਂ ਪੰਜਾਬੀ ਹੈਂਡੀਕ੍ਰਾਫਟ ਬਾਰੇ ਸੋਚਿਆ ਤਾਂ ਇਹ ਮਹਿਸੂਸ ਕੀਤਾ ਕਿ ਕਿਤੇ ਜ਼ਿਕਰ ਹੋਇਆ ਹੋਵੇਗਾ ਇਸ ਬਾਰੇ ਡਿਫਰੈਂਟਲੀ। ਅਤੇ ਫਿਰ ਇਹ ਸੋਚਿਆ ਕਿ ਵੀ ਇਹ ਕੋਇਨਸ ਜਿਹੜੇ ਨੇ ਉਹਨਾਂ ਦੀ ਰੈਪਲੀਕਾ ਬਣਾਈ ਜਾਏ 5 ਇੰਚ ਵੱਡੀ, ਐਂਡ ਇਹ ਫਾਈਬਰ ਗਲਾਸ ਦੀ ਬਣੀ ਹੈ ਜੀ। ਪਹਿਲੇ ਕਲੇ ਦੀ ਬਣੀ ਹੈ, ਫਿਰ ਉਹਦਾ ਮੋਲਡ ਕੱਢਿਆ ਗਿਆ, ਫਿਰ ਫਾਈਬਰ ਗਲਾਸ ਕੀਤਾ ਗਿਆ। ਐਂਡ ਇਹ ਇਸ ਕਰਕੇ ਹੁਣ ਇਹਨੂੰ ਫਰੇਮ ਕੀਤਾ। ਇਹ ਮੈਂ ਇਸ ਨੂੰ ਡਿਵੈਲਪ ਕੀਤਾ ਵਾਲ ਹੈਂਗ ਜੀ, ਡੈਕੋਰੇਸ਼ਨ ਵਾਸਤੇ। ਘਰ ਦੇ ਤੁਸੀਂ ਫੋਟੋਗ੍ਰਾਫ ਲਗਾਉਂਦੇ ਹੋ ਜਾਂ ਪੋਸਟਰ ਲਗਾਉਂਦੇ ਹੋ, ਪੇਂਟਿੰਗ ਲਗਾਉਂਦੇ ਹੋ, ਅਤੇ ਮੈਂ ਮਹਿਸੂਸ ਕਰਦਾ ਕਿ ਅਗਰ ਸਾਡੇ ਆਪਣਾ ਹੈਰੀਟੇਜ ਜਾਂ ਸਾਡੇ ਕਲਚਰ ਦੀ ਚੀਜ਼ ਬਣੀ ਜਾਏ ਤਾਂ ਉਹ ਬਿਹਤਰ ਹੈ। ਐਂਡ ਇਹਦੇ ਨਾਲ ਮੈਂ ਇਹਦੇ ਨੀਚੇ ਡਿਟੇਲਸ ਲਿਖੀਆਂ ਨੇ ਵੀ ਕਿਹੜੇ ਸਾਲ ਦੇ ਬਣਿਆ, ਤਾਂ ਕਿਹਨੇ ਬਣਾਇਆ, ਮਿੰਟਿੰਗ ਕਦੋਂ ਹੋਈ ਹੈ, ਤਾਂ ਕਿਹੜੇ ਰਾਜੇ ਦੇ ਟਾਈਮ 'ਤੇ ਹੋਇਆ। ਇਹ ਜ਼ਿਆਦਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਦੀਆਂ ਹੈਗੀਆਂ ਨੇ। ਬਾਬਾ ਬੰਦਾ ਸਿੰਘ ਬਹਾਦਰ ਦਾ ਹੈਗਾ। ਇਹ ਮਹਾਰਾਜਾ ਰਣਜੀਤ ਸਿੰਘ ਦੇ ਜਦੋਂ ਉਹਨਾਂ ਨੂੰ ਰਾਜ ਭਾਗ ਦਿੱਤਾ ਹੋਏਗਾ ਜੀ, ਉਹਨਾਂ ਦਿਨਾਂ 'ਚ ਕਿਸੇ ਸੇਵਕ ਨੇ ਸੇਵਾ ਕੀਤੀ ਹੋਏਗੀ ਇਸ ਚੀਜ਼ ਦੀ। ਕਿਉਂਕਿ ਹਿਸਟਰੀ ਸਾਡੀ ਤਦ ਹੈ ਜਿਸ ਵੇਲੇ ਅਸੀਂ ਡੇਟ ਵਾਈਜ਼ ਕਰਦੇ ਹਾਂ, ਅਤੇ ਅਦਰਵਾਈਜ਼ ਤਾਂ ਵੇਖ ਦੀ ਵੀ ਗੱਲ ਰੱਖੀ ਜਾ ਸਕਦੀ ਹੈ। ਸੋ ਇਹਦੇ 'ਚ ਹਰ ਇੱਕ ਹੈਗਾ ਵੀ ਇੰਡੀਆ ਸਿੱਖ ਬ੍ਰਾਸ ਟੈਂਪਲ ਟੋਕਨ ਈਅਰ 1804 ਲਾਈਕ ਦਿਸ। ਸੋ ਇਹ ਗੁਰੂ ਨਾਨਕ ਸਾਹਿਬ ਕਹਿ ਸਕਦੇ ਹਾਂ, ਗੁਰੂ ਨਾਨਕ ਸਾਹਿਬ ਦੀ ਬਾਲਾ ਮਰਦਾਨਾ ਸਾਹਿਬ ਹੈਗੇ ਨੇ ਵਿੱਚ। ਸੋ ਇਹ ਇਹਦਾ ਨਾਲੋਂ ਨਾਲ ਟਰੈਵਲ ਕਰਦੇ ਸਾਡੇ ਕੋਲ ਸਾਰੀ ਚੀਜ਼ ਜਿਹੜੀਆਂ ਨੇ। ਪੰਜਾਬੀ ਕਲਚਰ ਦੇ ਵਿੱਚ ਜਿਹੜੀਆਂ ਚੀਜ਼ਾਂ ਆਈਆਂ ਨੇ ਉਹਨੂੰ ਹੈਂਡੀਕ੍ਰਾਫਟ ਦੇ ਤੌਰ 'ਤੇ ਬਣਾਉਣ ਦੀ, ਦਿਖਾਉਣ ਦੀ ਮੇਰੀ ਇੱਛਾ ਪ੍ਰਬਲ ਹੋਈ। ਬਿਕੋਜ਼ ਕੁਛ ਮੁਲਕਾਂ 'ਚ ਘੁੰਮਿਆ ਮੈਂ, ਉਹਨਾਂ ਨੇ ਹਰ ਮੁਲਕ ਨੇ ਆਪਣਾ ਹੈਂਡੀਕ੍ਰਾਫਟ ਬਹੁਤ ਸੰਭਾਲ ਕੇ ਰੱਖਿਆ ਸੀ ਜੀ, ਐਂਡ ਉਹ ਬਕਾਇਦਾ ਸ਼ੋਅਰੂਮਸ ਹੈਗੇ ਨੇ, ਉਹਨਾਂ ਦੇ ਵੱਡੇ ਵੱਡੇ ਸ਼ੋਅਰੂਮਸ ਹਨ। ਅਤੇ ਅਮਰੀਕਾ, ਆਸਟ੍ਰੇਲੀਆ, ਜਰਮਨੀ, ਉਹਨਾਂ ਨੇ ਆਪਣੇ ਪਿਛੋਕੜ ਨੂੰ ਸੰਭਾਲ ਕੇ ਰੱਖਿਆ ਹੋਇਆ। ਸੋ ਸਾਡਾ ਫਰਜ਼ ਬਣਦਾ ਕਿ ਅਸੀਂ ਕਰੀਏ, ਮਗਰ ਅਸੀਂ ਪੰਜਾਬੀ ਨਾ ਛੜੱਪਾ ਮਾਰ ਕੇ ਯੂਰਪ ਵੱਲ ਜਾ ਰਹੇ ਹਾਂ ਅਤੇ ਆਪਣੇ ਭੁੱਲਦੇ ਜਾ ਰਹੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਨੂੰ ਇਸ ਕਰਕੇ ਹੈਂਡੀਕ੍ਰਾਫਟ ਤੁਹਾਨੂੰ ਟਰੈਵਲ ਕਰਾਉਂਦਾ ਨਾਲ ਨਾਲ। ਇਸੇ ਤਰ੍ਹਾਂ ਨਾਲ ਜਿਸ ਤਰ੍ਹਾਂ ਉਹ ਪੈਨਲ ਦੱਸਿਆ ਹੈਗਾ ਪਹੁੰਚਦਾਰ ਹੜੱਪਾ ਦਾ ਜੀ, ਅਤੇ ਇੱਕ ਦੋ ਚੀਜ਼ਾਂ ਅਸੀਂ ਬੜੀਆਂ ਆਮ ਤੌਰ 'ਤੇ ਦੇਖਦੇ ਹੁੰਦੇ ਹਾਂ ਕਿਤਾਬਾਂ ਦੇ ਵਿੱਚ, ਡਰਾਇੰਗ ਦੇ ਦਿਖਦੀ ਹੈ ਸਾਨੂੰ। ਜਿਸ ਤਰ੍ਹਾਂ ਇੱਕ ਡਾਂਸਿੰਗ ਗਰਲ ਹੈ ਜੀ, ਇਹਨੂੰ ਅਸੀਂ ਹਮੇਸ਼ਾ ਬਲੈਕ ਐਂਡ ਵਾਈਟ ਜਾਂ ਕਲਰ ਥੋੜ੍ਹਾ ਜਿਹਾ ਲਾਈਨ ਡਰਾਇੰਗ ਦੇ ਵਿੱਚ ਦੇਖਿਆ। ਇਹਨੂੰ ਆਈ ਥਿੰਕ ਪਹਿਲਾ ਹੀ ਬੰਦਾ ਹੋਵਾਂਗਾ ਜਿਸ ਨੇ ਇਹਨੂੰ ਡਿਵੈਲਪ ਕੀਤਾ ਹੈਗਾ ਟਰੋਫੀ ਦੇ ਤੌਰ 'ਤੇ। ਇਹ ਸਿਟਿੰਗ ਰੂਮ ਸ਼ੈਲਫ 'ਤੇ ਰੱਖਣ ਦੇ ਲਈ ਹੈਗੀ ਹੈ। ਐਂਡ ਇਹਦੀ ਕੰਪਲੀਟ ਫਾਰਮ ਜਿਹੜੀ ਹੈਗੀ ਹੈ, ਇਸ ਨੂੰ ਫਰੰਟ ਅਤੇ ਬੈਕ ਜਿਸ ਤਰ੍ਹਾਂ ਹੋਣਾ ਚਾਹੀਦਾ, ਇਹਦੀ ਬੈਕ ਫੋਟੋ ਨਹੀਂ ਹੈਗੀ, ਮਗਰ ਅਸੀਂ ਡਿਵੈਲਪ ਕੀਤਾ ਵੀ ਇਸ ਤਰ੍ਹਾਂ ਹੋ ਸਕਦੀ ਹੈ ਆਪਣੀ ਸੋਚ ਦੇ ਨਾਲ। ਹਾਂ, ਕਿਉਂਕਿ ਹਮੇਸ਼ਾ ਕੁਛ ਨਾ ਕੁਛ ਵਿੱਚ ਲਗਾਉਣਾ ਪੈਂਦਾ ਹੈ। ਇਸ ਤਰੀਕੇ ਨਾਲ ਹੀ ਇਹਨਾਂ ਦਾ ਪ੍ਰੀਸਟ ਕਿੰਗ ਹੈ, ਇਹਦਾ ਵੀ ਫਰੰਟ ਹੈ। ਇਹ ਵੀ ਟਰੋਫੀ ਦੇ ਤੌਰ 'ਤੇ, ਤਾਂ ਇਹਨੂੰ ਇਹਦਾ ਵਾਲ ਹੈਂਗ ਦੇ ਤੌਰ 'ਤੇ ਵੀ ਬਣਾਇਆ ਹੈ। ਕਿ ਇਹਨਾਂ ਨੂੰ ਵੀ ਆਪਾਂ ਜ਼ਰੂਰ ਸਾਹਮਣੇ ਇੱਕ ਵਾਰੀ ਦਿਖਾਈਏ ਦਰਸ਼ਕਾਂ ਨੂੰ। ਇਹ ਪ੍ਰੀਸਟ ਕਿੰਗ ਹੈ, ਇਹਦੀ ਫਰੰਟ ਅਤੇ ਬੈਕ ਡਰਾਇੰਗ ਮਿਲਦੀਆਂ ਸੀਗੀਆਂ, ਸੋ ਡਿਵੈਲਪ ਕੀਤਾ ਗਿਆ। ਇਹਨੂੰ ਵੀ ਇਸ ਟਰੋਫੀ ਦੇ ਤੌਰ 'ਤੇ ਇਸਤੇਮਾਲ ਬਣਾਇਆ ਹੈਗਾ, ਅਤੇ ਵਾਲ ਹੈਂਗ ਦੇ ਤੌਰ 'ਤੇ ਵੀ ਇਹਦਾ ਫਰੇਮਿੰਗ ਕੀਤੀ ਹੈਗੀ ਸਰ, ਇਹ ਦੋਨਾਂ ਚੀਜ਼ਾਂ ਦੀ। ਮੇਰੇ ਪਿੱਛੇ ਕੁਝ ਤਸਵੀਰਾਂ ਮੈਂ ਦੇਖ ਰਿਹਾ ਜਿਹਦੇ ਵਿੱਚ ਮੈਨੂੰ ਲੱਗ ਰਿਹਾ ਕਿ ਅੰਮ੍ਰਿਤਸਰ ਹਵੇਲੀ, ਕਰਨਾਲ ਹਵੇਲੀ, ਜਲੰਧਰ ਹਵੇਲੀ, ਜੋ ਆਪਾਂ ਜ਼ਿਕਰ ਵੀ ਕੀਤਾ ਆਪਣੇ ਦਰਸ਼ਕਾਂ ਦੇ ਨਾਲ ਸ਼ੁਰੂਆਤ ਦੇ ਵਿੱਚ। ਤੁਸੀਂ ਇਹਨਾਂ ਦੇ ਡਿਜ਼ਾਈਨ ਵੀ ਬਖੂਬੀ, ਜਦੋਂ ਆਪਾਂ ਜਾਂਦੇ ਹਾਂ ਨਾ, ਸਾਨੂੰ ਅੰਦਰ ਵੜਦੇ ਸਾਰ ਤੁਸੀਂ ਉਸ ਡਿਜ਼ਾਈਨ ਨੂੰ ਦੇਖਦੇ ਹਾਂ ਤਾਂ ਇੱਕ ਅੱਖਾਂ ਨੂੰ ਬਹੁਤ ਖੁਸ਼ਨੁਮਾ ਅਹਿਸਾਸ ਜਿਹਾ ਹੁੰਦਾ ਉਸ ਡਿਜ਼ਾਈਨ ਦੇ ਵਿੱਚੋਂ। ਸਿਰਫ ਜਲੰਧਰ ਹਵੇਲੀ ਹੀ ਨਹੀਂ, ਤੁਸੀਂ ਆਸਟ੍ਰੇਲੀਆ ਦੇ ਵਿੱਚ ਜਿਹੜੀ ਹਵੇਲੀ ਆ ਉਹਨੂੰ ਵੀ ਡਿਜ਼ਾਈਨ ਕੀਤਾ ਜੀ। ਉਹ ਵੀ ਥੋੜ੍ਹਾ ਜਿਹਾ ਦੱਸੋ ਵੀ ਉਹ ਹਵੇਲੀ ਕਿੱਥੇ ਹੈ, ਤਾਂ ਕਿ ਜੇ ਆਪਣੇ ਪੰਜਾਬੀ ਲੋਕ ਉੱਥੇ ਜਾਣ ਤਾਂ ਉਹ ਜ਼ਰੂਰ ਉਸ ਹਵੇਲੀ ਦੇ ਵੀ ਦਰਸ਼ਨ ਕਰਨ, ਔਰ ਇੱਥੇ ਤਾਂ ਆਪਾਂ ਜਾ ਹੀ ਸਕਦੇ ਹਾਂ। ਫਾਈਨ। ਇਹ ਜਿਹੜੀ ਹਵੇਲੀ ਦਾ ਕਨਸੈਪਟ ਹੈ, ਇਹ ਪ੍ਰੋਪਰਾਈਟਰ ਹੈਗੇ ਨੇ ਮਿਸਟਰ ਸਤੀਸ਼ ਜੈਨ। ਜੀ,
ਉਹਨਾਂ ਦਿਨ 'ਚ ਅਸੀਂ ਇੱਥੇ ਜਲੰਧਰ ਦੇ ਟਾਂਡਾ ਚੌਂਕ 'ਤੇ 18 ਫੁੱਟ ਹਾਈਟ 'ਤੇ 36 ਫੁੱਟ ਬਾਈ 36 ਫੁੱਟ ਦਾ ਇੱਕ ਪਲੇਟਫਾਰਮ ਬਣਾ ਕੇ ਦਰਸ਼ਕ ਦਰਬਾਰ ਬਣਾਉਂਦੇ ਹੁੰਦੇ ਸੀਗੇ। ਸੈੱਟ ਜਿੱਦਾਂ ਰਾਮਲੀਲਾ ਦਾ ਸੈੱਟ ਹੁੰਦੇ ਨਾ, ਦਰਸ਼ਕ ਦਰਬਾਰ ਬਣਾਇਆ। ਉਹ ਕਦੀ ਦਰਸ਼ਕ ਦਰਬਾਰ ਦੇ ਤੌਰ 'ਤੇ ਕਹਿੰਦੇ ਸੀ, ਕਦੀ ਰਾਮ ਦਰਬਾਰ ਦੇ ਤੌਰ 'ਤੇ ਕਹਿੰਦੇ ਸੀ, ਵੱਖਰੇ ਵੱਖਰੇ ਹੋ ਗਏ ਸੀ। ਅਤੇ ਉਹਨਾਂ ਦਿਨਾਂ ਦੇ ਵਿੱਚ ਜੈਨ ਸਾਹਿਬ ਦੇ ਪਰਿਵਾਰ ਉਹਦੇ ਨਾਲ ਅਟੈਚ ਸੀਗੇ। ਤਾਂ ਮੈਨੂੰ ਨਾ ਉੱਥੇ ਕਹਿੰਦੇ ਚਲ ਭਾਜੀ ਅਸੀਂ ਨਾ ਪਿੰਡ ਵਸਾਉਣਾ ਪੰਜਾਬ ਦਾ। ਐਂਡ ਇਹ ਕੁਛ ਵਰੇ ਕੰਮ 3-4 ਸਾਲ ਗੱਲਾਂ ਹੁੰਦੀਆਂ ਰਹੀਆਂ। ਫਿਰ ਜਦੋਂ ਇਹਨੂੰ ਬਣਾਉਣ ਦਾ ਵਕਤ ਆਇਆ ਤਾਂ ਹੋਰ ਦੋਸਤਾਂ ਨਾਲ ਵੀ ਜ਼ਰੂਰ ਕੰਸਲਟ ਕੀਤਾ ਗਿਆ ਜਿਹੜੇ ਕਲਚਰ ਬਾਰੇ ਜਾਣਦੇ ਨੇ। ਅਤੇ ਫਿਰ ਉਹਨਾਂ ਨੇ ਜਦੋਂ ਇੱਥੇ ਦੀ ਹਵੇਲੀ ਰੈਸਟੋਰੈਂਟ ਬਣਾਇਆ ਤਾਂ ਫਿਰ ਮੇਰੇ ਨਾਲ ਕੰਟੈਕਟ ਹੋਇਆ ਅਤੇ ਪੁੱਛਿਆ ਗਿਆ ਵੀ ਇਹਦਾ ਕਨਸੈਪਟ ਕੀ ਹੋਏਗਾ। ਸਿੰਸ ਹਵੇਲੀ ਸਾਡਾ ਨਾਂ ਜਿਹੜਾ ਹੈਗਾ ਉਹ ਰੈਜ਼ੀਡੈਂਸ ਕੁਆਟਰ ਦੇ ਤੌਰ 'ਤੇ ਹੁੰਦਾ, ਵੱਡੀ ਬਹੁਤ ਵੱਡੀ ਹਵੇਲੀ ਹੈ। ਸੋ ਉਸ ਦੇ ਵਿੱਚ ਇਹੀ ਹੋਇਆ ਕਿ ਜੇ ਅਸੀਂ ਕਰਨਾ ਥੋੜ੍ਹਾ ਜਿਹਾ ਇਹਨੂੰ ਵਿਲੇਜ ਲੁੱਕ ਦਿੱਤਾ ਜਾਏ, ਕਲਚਰ ਨਾਲ ਜੋੜਿਆ ਜਾਏ, ਕਿਉਂਕਿ ਨਾਂ ਜਿਹੜਾ ਹੈਗਾ ਕਲਚਰ ਨਾਲ ਸੰਬੰਧਿਤ ਸੀਗਾ। ਅਤੇ ਉਹ ਫਿਰ ਉਸਨੂੰ ਪੇਂਡੂ ਲੁੱਕ ਦਿੱਤੀ ਗਈ। ਉਹਦੇ 'ਚ ਫਿਰ ਹੋਰ ਚੀਜ਼ਾਂ ਡਿਵੈਲਪ ਹੁੰਦੀਆਂ ਰਹੀਆਂ। ਇਹ ਕਾਰਡ ਜਿਹੜੀ ਹੈ ਇਹਨੂੰ ਜਿਹੜੀ ਬਣਾਉਣ ਦੀ ਉਤਸ਼ਾਹਿਤ ਹੋਏ ਜਿਹੜੇ ਉਹ ਸੀ ਜੈਨ ਜੀ ਨੇ। ਐਂਡ ਕ੍ਰੈਡਿਟ ਗੋਜ਼ ਟੂ ਹਿਮ ਕਿ ਉਹਨਾਂ ਨੇ ਮੈਨੂੰ ਹਾਇਰ ਕੀਤਾ ਅਤੇ ਮੈਂ ਆਪਣੀ ਸੋਚ ਦੇ ਮੁਤਾਬਿਕ ਉਹਨੂੰ ਡਿਵੈਲਪ ਕੀਤਾ। ਹੋਰ ਵੀ ਸੱਜਣ ਨਾਲ ਸਾਡੇ ਮਿਲੇ ਜਿਨ੍ਹਾਂ ਨੇ ਮਦਦ ਕੀਤੀ। ਉਹ ਪਾਕਿਸਤਾਨ ਜਿਹੜੇ ਸਾਡੇ ਰਾਈਟਰਸ ਜਾਂ ਥੀਏਟਰ ਆਰਟਿਸਟ ਜਾਂਦੇ ਸੀ ਉਹਨਾਂ ਨਾਲ ਵੀ ਕੰਸਲਟ ਕੀਤਾ ਉਹਨਾਂ ਨੇ। ਸੋ ਇਹ ਹੌਲੀ ਹੌਲੀ ਫਿਰ ਡਿਵੈਲਪ ਹੋਇਆ ਸਾਡੇ। ਇੱਕ ਚੀਜ਼ ਹੋਰ ਦੱਸੋ, ਇਹ ਕਿਹੜੀ ਹਵੇਲੀ ਨੂੰ ਤੁਸੀਂ ਡਿਜ਼ਾਈਨ ਕੀਤਾ ਹੈ? ਕਿਉਂਕਿ ਬਹੁਤ ਸਾਰੀਆਂ ਹਵੇਲੀਆਂ ਸਾਨੂੰ ਨਜ਼ਰ ਆਉਂਦੀਆਂ ਜਦੋਂ ਅਸੀਂ ਜਾਂਦੇ ਹਾਂ, ਖਾਸ ਤੌਰ ਦੇ ਉੱਤੇ ਨਾਮ ਲੈ ਕੇ। ਜਲੰਧਰ ਹਵੇਲੀ 2003 'ਚ ਹੋਈ ਸੀਗੀ ਜੀ, ਅਤੇ ਉਸ ਤੋਂ ਬਾਅਦ ਕਰਨਾਲ ਹਵੇਲੀ ਹੋਈ ਸੀ 2006 ਦੇ ਵਿੱਚ ਜੀ। ਨਾਲ ਹੀ ਫਿਰ ਰੰਗਲਾ ਪੰਜਾਬ ਸ਼ੁਰੂ ਹੋ ਗਿਆ ਸੀਗਾ। ਅਤੇ ਇਹ ਫਿਰ ਇਸ ਤੋਂ ਬਾਅਦ ਕਰਨਾਲ ਤੋਂ ਹੀ ਮੇਰਾ ਕੰਟੈਕਟ ਕੀਤਾ। ਮੈਨੂੰ ਆਸਟ੍ਰੇਲੀਆ ਤੋਂ ਕਸਟਮਰਸ ਆਏ ਸੀਗੇ। ਉਹ 5 ਸੱਜਣ ਸੀਗੇ ਜਿਹੜੇ ਪਾਰਟਨਰ ਸੀ। ਅਤੇ ਮਿਸਟਰ ਬਨੇਪਾਲ, ਸਤਿੰਦਰ ਬਨੇਪਾਲ, ਜਿਨ੍ਹਾਂ ਨੇ ਕਰਨਾਲ ਹਵੇਲੀ ਆ ਕੇ ਦੇਖਿਆ ਸੀ, 2 ਬੰਦੇ ਆਏ ਸੀ। ਤਾਂ ਉੱਥੋਂ ਉਹਨਾਂ ਨੇ ਪੁੱਛਿਆ ਵੀ ਇਹ ਕਿਹਨਾਂ ਨੇ ਕਿਸ ਤਰ੍ਹਾਂ ਡਿਵੈਲਪ ਹੋਈ ਹੈ, ਅਤੇ ਉਹਨਾਂ ਨੇ ਫਿਰ ਮੇਰਾ ਜ਼ਿਕਰ ਕੀਤਾ। ਉਹਨਾਂ ਨਾਲ ਮੁਲਾਕਾਤ ਹੋਈ। ਅਤੇ ਇਸੇ ਨਾਲ ਹੀ ਜੈਪੁਰ ਵੀ ਜਿਹੜੀ ਹਵੇਲੀ ਬਣਾਈ ਹੈ ਉਹ ਵੀ ਉੱਥੇ ਕਰਨਾਲ ਹਵੇਲੀ ਹੈ, ਇਸ ਤਰ੍ਹਾਂ ਪਤਾ ਕੀਤਾ। ਸੋ ਇਹ ਸਾਡਾ ਜਿਹੜਾ ਕੰਮ ਹੈਗਾ, ਜਿਸ ਤਰ੍ਹਾਂ ਅਸੀਂ ਥੀਮ ਪ੍ਰੋਜੈਕਟ ਕਰਦੇ ਹਾਂ, ਇਹ ਮਾਰਕੀਟਿੰਗ ਕਰਕੇ ਨਹੀਂ ਹੁੰਦਾ। ਅਸੀਂ ਆਪਣੇ ਕੈਟਲੌਗ 'ਤੇ ਲੀਫਲੈਟਸ ਨਹੀਂ ਲੈ ਕੇ ਜਦੋਂ ਵੀ ਅਸੀਂ ਕੰਮ ਕਰਦੇ ਹਾਂ। ਉਹ ਜੇ ਇੱਕ ਤਾਂ ਹੈ ਕਿ ਵੀ ਫਾਈਨੈਂਸ ਬਹੁਤ ਜ਼ਿਆਦਾ ਇਨਵੋਲਵ ਹੁੰਦਾ ਇਹਦੇ ਵਿੱਚ। ਹੁਣ ਤੁਸੀਂ ਕਰੋੜਾਂ ਦਾ ਪ੍ਰੋਜੈਕਟ ਹੁੰਦਾ ਹੈ ਅਤੇ ਇੱਕ ਆਮ ਬੰਦੇ ਦੇ ਵਾਸਤੇ ਗੱਲ ਨਹੀਂ ਹੁੰਦੀ। ਸੋ ਹਵੇਲੀ ਦਾ ਜਿਹੜਾ ਕਨਸੈਪਟ ਹੈ, ਜਿਹੜਾ ਸ਼ੁਰੂਆਤ ਹੋਈ ਸੀ ਉਹ ਜੈਨ ਸਾਹਿਬ ਤੋਂ ਸ਼ੁਰੂ ਹੋਈ ਸੀ। ਅਤੇ ਬੀਇੰਗ ਅ ਡਿਜ਼ਾਈਨਰ ਅਸੀਂ ਮੈਂ ਇਨਵੋਲਵ ਹੋਇਆ ਸੀ ਨਾਲ। ਸਟੈਚੂ ਜਿਹੜੇ ਨੇ ਉਹ ਕਲਕੱਤਾ ਤੋਂ ਬੰਦੇ ਨੂੰ ਮੰਗਵਾਇਆ ਸੀਗਾ, ਉਹ ਜੈਨ ਸਾਹਿਬ ਦੀ ਫਾਈਂਡ ਸੀ। ਫਿਰ ਉਸ ਤੋਂ ਬਾਅਦ ਜਦੋਂ ਕਰਨਾਲ ਹਵੇਲੀ ਹੋ ਗਈ, ਰੰਗਲਾ ਪੰਜਾਬ ਹੋ ਗਿਆ, ਜੈਪੁਰ ਹੋ ਗਿਆ, ਫਿਰ ਆਸਟ੍ਰੇਲੀਆ ਹੋ ਗਿਆ, ਫਿਰ ਅੰਮ੍ਰਿਤਸਰ ਜਲਾਲਾ ਗੁਰੂ ਹਵੇਲੀ ਹੋ ਗਈ। ਉਸ ਤੋਂ ਪਹਿਲੇ ਸਾਡਾ ਪਿੰਡ ਜਿਹੜਾ ਹੈਗਾ ਉਹਦੇ ਬਾਰੇ 2-3 ਥਾਂ 'ਤੇ ਗੱਲ ਹੋਈ ਸੀ। ਉਹ ਤਾਂ ਉਦੋਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਇੱਥੇ ਰੰਗਲਾ ਪੰਜਾਬ ਬਣ ਰਿਹਾ ਜੀ। ਅਤੇ ਮੈਨੂੰ ਕਿਸੇ ਬਹੁਤ ਸੀਨੀਅਰ ਆਫਿਸਰ ਨੇ, VC ਲੈਵਲ ਦੇ ਬੰਦੇ ਨੇ ਕਿਹਾ ਜੀ ਯੂਨੀਵਰਸਿਟੀ ਨੇ 11 ਏਕੜ ਜਗ੍ਹਾ ਦਿੱਤੀ ਹੈਗੀ ਹੈ ਪੰਜਾਬ ਗੌਰਮੈਂਟ ਨੂੰ, ਅਤੇ ਉੱਥੇ ਪਿੰਡ ਬਣਾਉਣਾ ਹੈ ਇੱਦਾਂ ਦਾ ਹੀ। ਉਹ ਫਿਰ ਉਹ ਕਾਫੀ ਦੇਰ ਲਟਕਦਾ ਰਿਹਾ। ਅਖੀਰ ਦੇ 'ਚ 2-3 ਮੈਨੂੰ ਦਿੱਲੀ ਤੋਂ ਵੀ ਇੱਕ ਆਰਕੀਟੈਕਟ ਨੇ ਕੰਟੈਕਟ ਕੀਤਾ, ਅਤੇ ਫਿਰ ਲੁਧਿਆਣਾ ਤੋਂ ਵੀ ਹੋਇਆ ਕੰਟੈਕਟ। ਫਿਰ ਕਰ ਰਹੇ ਹੈ ਉਹ ਫਿਰ ਕਿਸੇ ਢੰਗ ਨਾਲ ਹੌਚ ਪੌਚ ਗਏ ਬੰਦੇ, ਕਿਉਂਕਿ ਉਹ ਕੁਛ ਚਾਹੁੰਦੇ ਸੀਗੇ ਕਿ ਉਹਨਾਂ ਨੂੰ ਕੈਟਲੌਗ ਬਣਾ ਕੇ ਦਿੱਤਾ ਜਾਓ ਆਪਣੇ ਆਪ ਕਰਨ। ਅਤੇ ਮੈਂ ਕਿਹਾ ਵੀ ਨਹੀਂ, ਕੈਟਲੌਗ ਨਹੀਂ ਬਣਾ, ਇਨਵੋਲਵ ਹੋਵਾਂਗੇ। ਕੋਈ ਜਿਹੜੀ ਚੀਜ਼ ਬਣਾਉਣੀ ਹੈ ਉਹਦੇ 'ਚ ਕ੍ਰੈਡਿਟ ਜਾਂ ਤਾਂ ਮੈਨੂੰ ਜਾਏ ਅਤੇ ਜਾਂ ਜੈਨ ਸਾਹਿਬ ਨੂੰ ਵੀ ਜ਼ਿਕਰ ਹੋਣਾ ਚਾਹੀਦਾ। ਤਾਂ ਇਸ ਤਰੀਕੇ ਨਾਲ ਬਣਦਾ ਰਿਹਾ। 2 ਪੰਜਾਬੀ ਥੀਮ ਦੇ ਬੈਂਕਟ ਹਾਲਸ ਬਣਾਏ ਨੇ ਹਰਿਆਣਾ ਦੇ 'ਚ, ਇੱਕ ਪਾਨੀਪਤ, ਇੱਕ ਨਾਰਾਇਣਗੜ੍ਹ ਜੀ। ਇਸੇ ਤਰ੍ਹਾਂ ਫਿਰ ਅਜੀਤ ਅਖਬਾਰ ਦਾ ਪਿਕਚਰ ਗੈਲਰੀ ਐਂਡ ਮਿਊਜ਼ੀਅਮ ਬਣਾਇਆ ਹੈ ਜੀ। ਉਹ ਸਾਧੂ ਸਿੰਘ ਹਮਦਰਦ ਉਹਨਾਂ ਦੇ ਬਰਥ ਤੋਂ ਲੈ ਕੇ ਟਿਲ ਹਿਸ ਡੈਥ, ਜਿਸਦਾ ਬਰਜਿੰਦਰ ਸਿੰਘ ਦੇ 4-5 ਸਾਲ, ਉਹ ਪਿਕਚਰ ਦਾ ਡੇਟ ਵਾਈਜ਼ ਉਹ ਸਾਰਾ ਕਾਫੀ ਕੁਛ ਹੁੰਦਾ। ਸਾਡੀਆਂ ਡੂਇੰਗਸ ਅਨਡੂਇੰਗਸ ਜਿਹੜੀਆਂ ਹੈਗੀਆਂ ਸਾਧੂ ਸਿੰਘ ਹਮਦਰਦ ਸਾਹਿਬ ਦੀਆਂ, ਉਹ ਕੀਤੀਆਂ ਗਈਆਂ, ਉਹਦੇ 'ਚ ਹੋਇਆ। ਮੈਂ ਹੋਰ ਗੱਲ, ਮੈਨੂੰ ਫਖਰ ਮਹਿਸੂਸ ਹੁੰਦਾ ਕਿ ਸਾਧੂ ਸਿੰਘ ਹਮਦਰਦ ਹੋਣਾ ਅਤੇ ਮੇਰੇ ਵੱਡੇ ਭਾਈ ਸਾਹਿਬ ਪ੍ਰੋਫੈਸਰ ਤੁਕਲੀਆ, ਉਹ ਲਾਹੌਰ ਉਹਨਾਂ ਨੇ ਗ੍ਰੈਜੂਏਸ਼ਨ ਇਕੱਠੀ ਕੀਤੀ ਸੀ 46 ਦੇ ਵਿੱਚ ਜੀ। ਕੀ ਬਾਤ ਹੈ। ਦੇ ਆਰ ਕਲਾਸਮੇਟਸ। ਅਤੇ ਫਿਰ ਉਹਨਾਂ ਨੇ ਪੋਲੀਟੀਕਲ ਸਾਇੰਸ ਦੇ ਵਿੱਚ ਐਡਮਿਸ਼ਨ ਲਈ ਸੀਗੀ। ਉਹ ਮੇਰੇ ਕੋਲ ਗਰੁੱਪ ਫੋਟੋ ਹੈਗੀ ਹੈ, ਪੋਲੀਟੀਕਲ ਸਾਇੰਸ ਸੋਸਾਇਟੀ ਆਫ ਪੰਜਾਬ ਯੂਨੀਵਰਸਿਟੀ ਲਾਹੌਰ, ਅਤੇ ਜਿਨ੍ਹਾਂ ਦੇ 'ਚ ਮੈਡਮ ਪ੍ਰਭਜੋਤ ਕੌਰ ਦੇ ਕਲਾਸਮੇਟ ਸੀਗੇ।
तो मेरा एक ਇਹ ਵੀ ਇੰਟਰਸਟ ਸੀਗਾ ਕਿ ਯਾਰ ਭਾਈ ਸਾਹਿਬ ਦੇ ਨਾਲ ਹਮਦਰ ਸਾਹਿਬ ਨਾਲ ਬਹੁਤ ਸੇ ਸੱਜਣ ਉਹਨਾਂ ਦੇ ਬਾਰੇ ਗੱਲ ਕਰਨ ਦਾ ਕੰਮ ਕਰਨ ਦਾ ਮੌਕਾ ਮਿਲਿਆ ਤੇ ਬੜੀ ਰੀਜਨਲ ਕੰਮ ਕੀਤਾ ਗਿਆ ਉੱਥੇ ਤਾਂ ਗਾਈਡੈਂਸ ਤਾਂ ਸਾਡੀ ਸਾਰੀ ਬਰਜਿੰਦਰ ਭਾਜੀ ਦੀ ਸੀਗੀ ਮਗਰ ਕੰਮ ਮੇਰੇ ਕੋਲ ਹੋਣਾ ਸੀ ਤਾਂ ਹੋਇਆ ਹੋਰ ਚੀਜ਼ ਮੈਂ ਦੇਖ ਪਾ ਰਿਹਾ ਇੱਥੇ ਤਖਤੀ ਨਜ਼ਰ ਆ ਰਹੀ ਹੈ ਜਿਹਦੇ ਉੱਤੇ ਊੜਾ ਐੜਾ ਲਿਖਿਆ ਹੋਇਆ ਹੈ ਨਾਲ ਘੜੀ ਬਣੀ ਹੋਈ ਹੈ ਇਸ ਤਸਵੀਰ ਬਾਰੇ ਮਤਲਬ ਇਹ ਜੋ ਤੁਸੀਂ ਡਿਜ਼ਾਈਨ ਕੀਤਾ ਆ ਉਹ ਕੀ ਦਰਸਾਉਣ ਦੀ ਕੋਸ਼ਿਸ਼ ਹੋ ਰਹੀ ਹੈ ਮੈਂ ਜੋ ਮਹਿਸੂਸ ਕੀਤਾ ਇਹ ਗੱਲ ਨਾ ਫੁਰਦੀ ਹੁੰਦੀ ਹੈ ਨਾ ਕਨਸੀਵ ਕਰਨਾ ਤਾਂ ਫੁਰਨਾ ਹੈ ਸੋ ਜਦੋਂ ਪੰਜਾਬੀ ਹੈਂਡੀਕ੍ਰਾਫਟ ਦਾ ਗੱਲ ਹੋ ਰਹੀ ਸੀਗੀ ਤਾਂ ਪੋਜ਼ੀਟਿਵ ਫਿਰ ਪੰਜਾਬੀ ਦੀ ਗੱਲ ਕਰੀਏ ਤਾਂ ਫਿਰ ਜ਼ਬਾਨ ਦੀ ਗੱਲ ਹੁੰਦੀ ਤਾਂ ਫਿਰ ਉਹਦੀ ਸਕ੍ਰਿਪਟ ਦੀ ਗੱਲ ਹੁੰਦੀ ਹੈ ਬਿਲਕੁਲ ਅਤੇ ਜਿਹੜੇ ਅੱਖਰ ਹਨ ਊੜਾ ਐੜਾ ਰੀਸਤਾ ਇਹਨੂੰ ਅਸੀਂ 35 ਅੱਖਰੀ ਕਹਿੰਦੇ ਹਾਂ ਬਿਲਕੁਲ ਕਿਉਂਕਿ ਗੁਰੂ ਸਾਹਿਬ ਦੇ ਮੁੱਖੋਂ ਲੱਗਦੇ ਇਸ ਕਰਕੇ ਅਸੀਂ ਗੁਰਮੁਖੀ ਦੇ ਵਿੱਚ ਕਹਿੰਦੇ ਹਾਂ ਫਾਈਨ ਮੈਂ ਮਹਿਸੂਸ ਇਹ ਕੀਤਾ ਕਿ ਜੇਕਰ ਅਸੀਂ ਪੰਜਾਬੀ ਕਲਚਰ ਦੀ ਗੱਲ ਕਰਦੇ ਹਾਂ ਅਤੇ ਗੱਲ ਉਹਦੇ ਨਾਲ ਹੀ ਸੰਬੰਧਿਤ ਹੋਣੀ ਚਾਹੀਦੀ ਹੈ ਤਾਂ ਮੈਨੂੰ ਫੁਰਿਆ ਕਿ ਵਾਲ ਕਲੌਕ ਇੱਕ ਬਣਾਈ ਜਾਏ ਤਾਂ ਵੀ ਉਹਦੇ 'ਚ ਪੰਜਾਬੀ ਦੇ ਜਿਸ ਤਰ੍ਹਾਂ ਅਸੀਂ 1 2 3 4 ਲਿਖਦੇ ਹਾਂ ਉਹ ਲਿਖਿਆ ਜਾਏ ਫਿਰ ਸੋਚਿਆ ਗਿਆ ਵੀ ਯਾਰ ਉਹਨਾਂ ਦਾ ਫਰਕ ਨਹੀਂ ਪੈਣਾ ਅਤੇ ਫਿਰ ਇੱਕ ਕਨਸੀਵ ਹੈ ਕਿ ਤਖਤੀ ਜਿਹੜੀ ਅਸੀਂ ਬਚਪਨ 'ਚ ਸ਼ੁਰੂਆਤ ਕੀਤੀ ਜ਼ਿੰਦਗੀ ਦੀ ਉਹਦੇ ਨਾਲ ਅਸੀਂ ਕਲਮਾਂ ਦੇ ਨਾਲ ਲਿਖਦੇ ਹੁੰਦੇ ਸੀ ਇੱਕ ਦੁਆਤ ਹੁੰਦੀ ਸੀ ਜਿਹਦੇ ਕਾਲੀ ਸ਼ਾਹੀ ਹੁੰਦੀ ਸੀ ਮੈਨੂੰ ਯਾਦ ਹੈ ਰਾਜ ਰੋਸ਼ਨਾਈ ਸ਼ਾਹੀ ਕਹਿੰਦੇ ਸੀ ਨਾ ਉਹ ਕ੍ਰਿਸਟਲ ਦੀ ਸ਼ਾਹੀ ਹੁੰਦੀ ਸੀ ਅਤੇ ਪਾਣੀ 'ਚ ਪਾ ਕੇ ਡਿਪ ਕਰਕੇ ਰੱਖ ਦਿੰਦੇ ਹੁੰਦੇ ਸੀ ਤਾਂ ਫਿਰ ਉਸ ਨੂੰ ਉਹ ਡੁੱਲਦੀ ਸੀ ਵਿੱਚ ਨਾ ਥੋੜ੍ਹਾ ਕੱਪੜਾ ਵੀ ਰੱਖ ਦਿੰਦੇ ਸੀ ਵੀ ਉਹ ਸਪਲੈਸ਼ ਨਾ ਹੋਏ ਤਾਂ ਦੌਤਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਸੀ ਐਨੀਵੇ ਫਿਰ ਨਾ ਇਹ ਸੋਚਿਆ ਵੀ ਅਸੀਂ ਤਖਤੀ ਕਿਉਂਕਿ ਅਸੀਂ ਤਖਤੀ ਉੱਤੇ ਹੀ ਲਿਖਦੇ ਸੀ ਸਾਰਾ ਜੋ ਕੁਝ ਕਰਦੇ ਸੀ ਰਫ ਕਾਪੀਆਂ ਨਹੀਂ ਸੀ ਹੁੰਦੀਆਂ ਉਦੋਂ ਪ੍ਰਾਇਮਰੀ ਸਕੂਲ ਦੇ ਵਿੱਚ ਸੋ ਇਹ ਊੜਾ ਐੜਾ ਹੀ ਸਾਰਾ ਜਿਹੜਾ ਹੈਗਾ 35 ਅੱਖਰੀ ਲਿਖੀ ਗਈ ਫਿਰ ਉਹਦੇ 1 2 3 4 ਲਿਖਿਆ ਗਿਆ ਇਹ ਸਿਆਰੀਆਂ ਬਿਹਾਰੀਆਂ ਸਾਰੀਆਂ ਯਾਨੀ ਕਿ ਪੂਰੀ ਲੈਂਗੁਏਜ ਦੀ ਪ੍ਰੋਨਾਂਸੀਏਸ਼ਨ ਅਤੇ ਉਹਦਾ ਐਕਸੈਂਟ ਉਹ ਇਹਦੇ 'ਚ ਹੈਗਾ ਹੁਣ ਇਹ ਕਿਉਂ ਬਣਾਈ ਗਈ ਉਹ ਇਸ ਕਰਕੇ ਕਿ ਯਾਰ ਤਖਤੀ ਉੱਦਾਂ ਅਸੀਂ ਰੱਖ ਦਿਆਂਗੇ ਨਾ ਕਿਤੇ ਤਾਂ ਨਹੀਂ ਦਿਖੇਗਾ ਰਜਿਸਟਰ ਨਹੀਂ ਹੋਏਗੀ ਸੋ ਇਹ ਜਿਸ ਵੇਲੇ ਅਸੀਂ ਦੀਵਾਰ ਦੇ ਉੱਤੇ ਲਗਾਵਾਂਗੇ ਦਿਖੇਗਾ ਕੋਈ ਵੀ ਮੈਂ ਤਾਂ ਹਰ ਗੱਲੋਂ ਕੀਤੀ ਹੈ ਵੀ ਘਰ ਦੇ ਡੈਕੋਰੇਸ਼ਨ ਦੇ ਨਾਲ ਡਿਜ਼ਾਈਨ ਹੈ ਹਰ ਚੀਜ਼ ਦੇ ਵਿੱਚ ਡਿਜ਼ਾਈਨ ਹੈ ਡਿਜ਼ਾਈਨ ਇਜ਼ ਅ ਪਾਰਟ ਆਫ ਲਾਈਫ ਤਾਂ ਇਹ ਜਿਸ ਵੇਲੇ ਦੀਵਾਰ 'ਤੇ ਲੱਗੀ ਹੋਏਗੀ ਤਾਂ ਕਿ ਯਾਰ ਇਹ ਕਿੱਦਾਂ ਇਹਦੇ 'ਚ ਕੀ ਲਿਖਿਆ ਹੈ ਜਿਹੜਾ ਨਹੀਂ ਵੀ ਪੰਜਾਬੀ ਉਹਨੂੰ ਵੀ ਪੈਂਦੀ ਅੱਖਰੀ ਹੈ ਇਹ ਵਰਡਸ ਹੈਗੇ ਨੇ ਪੰਜਾਬੀ ਦੇ ਸੋ ਇਹਦਾ ਇਹਨੂੰ ਡਿਵੈਲਪ ਕੀਤਾ ਤਾਂ ਵਿੱਚ ਪੰਜਾਬ ਦਾ ਨਕਸ਼ਾ ਬਣਾ ਕਿਉਂਕਿ ਅਸੀਂ ਪੰਜਾਬੀ ਬਾਰੇ ਗੱਲ ਕਰ ਰਹੇ ਹਾਂ ਤਾਂ ਇਹ ਇਟਸ ਅ ਪਾਰਟ ਆਫ ਇਟ ਇੱਕ ਚੀਜ਼ ਮੈਨੂੰ ਹੋਰ ਨਜ਼ਰ ਆ ਰਹੀ ਹੈ 35 ਅੱਖਰੀ ਇਹਦੇ ਬਾਰੇ ਜ਼ਰੂਰ ਮੈਂ ਦਿਖਾਉਣਾ ਚਾਹਾਂਗਾ ਆਪਣੇ ਦਰਸ਼ਕ 35 ਅੱਖਰੀ ਇਹਨਾਂ ਨੇ ਇੱਕ ਡਿਜ਼ਾਈਨ ਪੇਸ਼ ਕੀਤਾ ਡਿਟੇਲ ਇਹ ਦੇਣਗੇ 35 ਅੱਖਰੀ ਕਾਇਦਾ ਸਾਡੇ ਜਦੋਂ ਅਸੀਂ 35 ਅੱਖਰੀ ਦੀ ਗੱਲ ਕਰਦੇ ਤਾਂ ਕਾਇਦੇ ਦੀ ਗੱਲ ਹੁੰਦੀ ਸੀ ਬਚਪਨ ਦੇ ਵਿੱਚ ਜਿਹੜਾ ਇੱਕ ਬੜੇ ਰਫ ਜਿਹੇ ਪੇਪਰ ਦੇ ਉੱਤੇ ਕਾਲੇ ਅੱਖਰਾਂ ਦੇ ਨਾਲ ਲਿਖਿਆ ਹੁੰਦਾ ਸੀਗਾ ਫਿਰ ਬਾਅਦ ਇਹ ਡਿਵੈਲਪ ਹੋਇਆ ਜਿਹਦੇ 'ਚ ਊੜਾ ਊਂਟ ਅਤੇ ਸਾਰਾ ਕੁਛ ਕਰੋ ਇਲਸਟ੍ਰੇਟਿਵ ਅਤੇ ਉਹ ਹੈਗਾ ਸੀ ਬੱਚਿਆਂ ਦੇ ਵਾਸਤੇ ਅਤੇ ਵੱਡੇ ਤਾਂ ਅਸੀਂ ਬੋਲਦੇ ਹਾਂ ਪੰਜਾਬੀ ਤਾਂ ਸਾਨੂੰ ਪਤਾ ਹੈਗਾ ਅਤੇ ਮੈਂ ਮਹਿਸੂਸ ਕੀਤਾ ਕਿ 35 ਅੱਖਰੀ ਲਿਖੀ ਜਾਏ ਇਹਦੇ 'ਤੇ ਹੋਇਆ ਕਿ ਮੈਂ ਊੜਾ ਐੜਾ ਈੜੀ ਸੱਸਾ ਹਾ ਇਹ ਅਖੀਰ ਤਿੱਕਰ ਲਿਖੇ ਗਏ ਨੇ ਇਹ ਲਿਖੇ ਨੇ ਔਡ ਪੇਜ 'ਤੇ 1 2 1 3 5 7 ਦੇ ਦਿੱਤੇ ਜੀ ਪੇਜ ਨੰਬਰ 1 ਪੇਜ ਨੰਬਰ 3 ਹਾਂ ਮੈਂ 3 'ਤੇ ਹੈਗਾ ਫਿਰ ਸੋ ਇਹ ਔਡ ਅਤੇ ਈਵਨ ਦਾ ਬਾਈਫਿਕੇਸ਼ਨ ਕੀਤੀ ਹੈ ਉਹ ਇਸ ਕਰਕੇ ਕੀਤੀ ਗਈ ਹੈ ਕਿ ਜਦੋਂ ਅਸੀਂ ਕਿਤਾਬ ਚੱਕਦੇ ਹਾਂ ਤਾਂ ਅਸੀਂ ਪਹਿਲੇ ਜਿਹੜਾ ਸਾਡੇ ਸੱਜੇ ਪਾਸੇ ਦਾ ਪੇਜ ਆਉਂਦਾ ਸੀ ਉਹਨੂੰ ਦੇਖਦੇ ਹਾਂ ਜੀ ਤਾਂ ਇਹ ਸਾਰੀ ਇੰਟਰੋਡਕਸ਼ਨ ਜਿਹੜੀ ਹੈ ਸਾਡੀ 35 ਅੱਖਰੀ ਦੀ ਉੱਥੋਂ ਹੁੰਦੀ ਹੈ ਜੀ ਫਿਰ ਸਾਡੇ ਕੋਲ ਸਪੇਸ ਬੱਚੇ ਦੀ ਜਿਹੜੀ ਸਾਈਡ ਦੇ ਜਿਹੜੀ ਈਵਨ ਹੈਗੇ ਜਿੱਦਾਂ 2 4 6 8 10 ਜਦੋਂ ਇਹ ਕਿਤਾਬ ਇੱਥੇ ਜਾਏਗੀ ਤਾਂ ਇਹ ਵਾਲਾ ਸਾਡਾ ਪਾਸਾ ਦਿਖੇਗਾ ਰਾਈਟ ਤਾਂ ਇਹਨੂੰ ਇਸ ਕਰਕੇ ਇਹਦੇ 'ਤੇ ਮੈਂ ਪੰਜਾਬ ਦੇ ਕਲਚਰ ਅਤੇ ਕੁਛ ਹਿਸਟਰੀ ਅਤੇ ਰੈਵੋਲੂਸ਼ਨਰੀਜ਼ ਅਤੇ ਸ਼ਹੀਦ ਸਾਡੇ ਫਰੀਡਮ ਫਾਈਟਰਸ ਥੀਏਟਰ ਪੁਰਾਣੇ ਪੋਇਟ ਸਾਡੇ ਅਤੇ ਉਹ ਸਾਰਿਆਂ ਨੂੰ ਮੈਂ ਜਿੰਨੇ ਕੁ ਮੈਨੂੰ ਗਿਆਨ ਸੀਗਾ ਮੈਂ ਉਸ ਦੇ ਮੁਤਾਬਿਕ ਕੀਤਾ